ਹਾਂਜੀ ਦੋਸਤੋ, ਸਤਿ ਸ੍ਰੀ ਅਕਾਲ। ਅੱਜ ਗੱਲ ਕਰਾਂਗੇ ਪੰਜਾਬ ਦੇ ਭਖਦੇ ਮੁੱਦੇ ਤੇ। ਪੰਜਾਬ ਦੇ ਨਾਲ ਨਾਲ 4 ਹੋਰ ਸਟੇਟਾਂ ਵੀ ਹੈ ਜਿਹੜੀਆਂ ਇਸ ਕੇਸ ਦੇ ਨਾਲ ਜੂਝ ਰਹੀਆਂ। ਮੈਂ ਗੱਲ ਕਰ ਰਿਹਾ ਕੋਟਾ ਵਿਦਨ ਕੋਟਾ, ਮਜ਼੍ਹਬੀ ਸਿੱਖ ਵਾਲਮੀਕੀ ਅਤੇ ਰਵਿਦਾਸੀਆ ਐਂਡ ਅਦਰਸ ਦੇ ਵਿੱਚ ਜਿਹੜਾ ਇੱਕ ਪਾੜਾ ਪਿਆ ਹੋਇਆ ਹੈ ਕਿ 25% ਜਿਹੜੀ ਰੈਜ਼ਰਵੇਸ਼ਨ ਪੰਜਾਬ ਦੇ ਵਿੱਚ ਮਿਲ ਰਹੀ ਹੈ ਸ਼ਡਿਊਲ ਕਾਸਟਾਂ ਨੂੰ, ਉਹਦਾ ਜਿਹੜਾ 12.5% ਜਿਹੜਾ ਹੈ ਉਹ ਪ੍ਰੈਫਰੈਂਸ਼ੀਅਲ ਬੇਸਿਸ ਦੇ ਉੱਪਰ ਜਿਹੜਾ ਹੈ ਉਹ ਮਜ਼੍ਹਬੀ ਸਿੱਖ ਵਾਲਮੀਕੀਜ਼ ਨੂੰ ਦਿੱਤਾ ਗਿਆ ਹੈ ਤੇ 12.5% ਜਿਹੜਾ ਹੈ ਉਹ ਰਵਿਦਾਸੀਆ ਐਂਡ ਅਦਰਸ ਨੂੰ ਦਿੱਤਾ ਗਿਆ ਹੈ। ਹੁਣ ਗੱਲ ਕਰਾਂਗੇ ਕਿ ਇੱਕ ਹੁੰਦੀ ਹੈ ਡੀ ਫੈਕਟੋ ਰਿਐਲਿਟੀ ਤੇ ਇੱਕ ਹੁੰਦੀ ਹੈ ਇਨ ਫੈਕਟ ਰਿਐਲਿਟੀ। ਇੱਕ ਹੁੰਦੀ ਡੀ ਫੈਕਟੋ ਇਕੁਐਲਿਟੀ ਤੇ ਇੱਕ ਹੁੰਦੀ ਇਨ ਫੈਕਟ ਇਕੁਐਲਿਟੀ। ਐਕਚੁਅਲੀ ਇਹ ਜਿਹੜੀ ਪ੍ਰੋਵੀਜ਼ਨ ਹੈ ਇਹ ਪ੍ਰੈਫਰੈਂਸ਼ੀਅਲ ਬੇਸਿਸ ਤੇ ਹੈ, ਨਾ ਕਿ ਇਹ ਪੱਕੇ ਤੌਰ ਤੇ ਹੈ, ਪਰਮਾਨੈਂਟ ਹੈ। ਜੇ ਪਰਮਾਨੈਂਟ ਹੁੰਦੀ ਤਾਂ 12.5% ਦੇ ਵਿੱਚੋਂ ਜੇ ਪੋਸਟਾਂ ਵਾਲਮੀਕੀ ਐਂਡ ਮਜ਼੍ਹਬੀ ਸਿੱਖਾਂ ਦੀਆਂ ਬਚਦੀਆਂ ਤਾਂ ਉਹਨੂੰ ਕੈਰੀ ਫਾਰਵਰਡ ਕਰਕੇ ਉਹਨਾਂ ਦੇ ਬੈਕਲੌਗ ਦੇ ਵਿੱਚ ਕੀਤਾ ਜਾ ਸਕਦਾ ਸੀ, ਪਰੰਤੂ ਇਹ ਪ੍ਰੈਫਰੈਂਸ਼ੀਅਲ ਬੇਸਿਸ ਤੇ ਹੈ। ਜਿਹੜੀਆਂ ਜਦੋਂ 12.5% ਕੈਂਡੀਡੇਟ ਮਜ਼੍ਹਬੀ ਸਿੱਖਾਂ ਦੇ ਜਾਂ ਵਾਲਮੀਕੀਆਂ ਦੇ ਉਹ ਨਹੀਂ ਪਹੁੰਚਦੇ ਤਾਂ ਜਿਹੜੀਆਂ ਬਾਕੀ ਪੋਸਟਾਂ ਹੈ ਉਹ ਰਵਿਦਾਸੀਆ ਐਂਡ ਅਦਰਸ ਦੇ ਵਿੱਚੋਂ ਭਰ ਲਈਆਂ ਜਾਂਦੀਆਂ। ਤੇ ਹੁਣ ਤੱਕ ਦੇਖਣ ਦੇ ਵਿੱਚ ਇਹੀ ਆਇਆ ਕਿ ਕੁੱਲ ਮਿਲਾ ਕੇ ਜਿਹੜਾ ਹੈ ਉਹ 25% ਦੇ ਵਿੱਚੋਂ 20 ਤੋਂ 21% ਦੇ ਕਰੀਬ ਜਿਹੜਾ ਹੈ ਉਹ ਰਵਿਦਾਸੀਆ ਐਂਡ ਅਦਰਸ ਕਮਿਊਨਿਟੀਜ਼ ਨੂੰ ਹੀ ਜਿਹੜਾ ਹੈ ਉਹ 25% ਜਿਹੜਾ ਰੈਜ਼ਰਵੇਸ਼ਨ ਦਾ ਉਹ ਹਿੱਸਾ ਉਹ ਜਾ ਰਿਹਾ ਹੈ ਇਨਫੈਕਟ। ਇਸ ਕਰਕੇ ਇਹ ਮੈਟਰ ਜਿਹੜਾ ਹੈ ਇਹ ਕਾਫੀ ਦੇਰ ਤੋਂ ਸੁਲਝਦਾ ਤੁਰਿਆ ਆ ਰਿਹਾ ਹੈ। ਇਹ ਪਹਿਲਾਂ ਤਾਂ ਸਰਕੂਲਰ ਦੇ ਜਰੀਏ ਮਿਲਦਾ ਆ ਰਿਹਾ ਸੀ 1975 ਤੋਂ, ਫਿਰ 2006 ਦੇ ਵਿੱਚ ਪੰਜਾਬ ਸਰਕਾਰ ਨੇ ਪੰਜਾਬ ਸ਼ਡਿਊਲ ਕਾਸਟ ਐਂਡ BC ਐਕਟ 2006 ਜਿਹੜਾ ਹੈ ਉਹ ਬਣਾ ਦਿੱਤਾ ਸੀ, ਜਿਹਦੀ ਵੈਲਿਡਿਟੀ ਨੂੰ ਚੈਲੰਜ ਕੀਤਾ ਗਿਆ ਹਾਈ ਕੋਰਟ ਦੇ ਵਿੱਚ। ਤੇ ਹਾਈ ਕੋਰਟ ਨੇ 2010 ਦੇ ਵਿੱਚ ਇਸ ਜਿਹੜਾ ਐਕਟ ਹੈ ਇਹਦਾ ਸੈਕਸ਼ਨ 4 ਸਬਸੈਕਸ਼ਨ 5 ਹੈ ਉਹਨੂੰ ਸਟਰਕ ਡਾਊਨ ਕਰਤਾ ਸੀ। ਕਿਹਦੇ ਬੇਸ ਤੇ? EV ਚਨਈਆ ਜੱਜਮੈਂਟ ਸੀ, ਉਹਦੇ ਬੇਸ ਤੇ ਹਾਈ ਕੋਰਟ ਨੇ, ਕਿਉਂਕਿ EV ਚਨਈਆ ਜੱਜਮੈਂਟ 2004 ਚ ਆਈ ਸੀ ਤੇ ਹਾਈ ਕੋਰਟ ਦੇ ਵਿੱਚ ਜਦੋਂ ਇਹਨੂੰ ਚੈਲੰਜ ਕੀਤਾ ਗਿਆ ਇਸ ਜੱਜਮੈਂਟ ਦੇ ਆਧਾਰ ਤੇ, ਤਾਂ ਹਾਈ ਕੋਰਟ ਨੇ 2010 ਦੇ ਵਿੱਚ ਜਿਹੜਾ ਹੈ ਇਸ ਪ੍ਰੋਵੀਜ਼ਨ ਨੂੰ, ਇਸ ਐਕਟ ਦੀ ਪ੍ਰੋਵੀਜ਼ਨ ਨੂੰ, ਜਿਹਦੇ ਤਹਿਤ 50% ਯਾਨੀ 50% ਆਫ ਦਾ ਰਿਜ਼ਰਵਡ ਵੈਕੈਂਸੀਜ਼ ਪ੍ਰੈਫਰੈਂਸ਼ੀਅਲੀ ਗਿਵਨ ਟੂ ਦਾ ਮਜ਼੍ਹਬੀ ਸਿੱਖ ਐਂਡ ਵਾਲਮੀਕੀਜ਼। ਸੋ ਇਹਨੂੰ ਚੈਲੰਜ ਕੀਤਾ ਰਵਿਦਾਸੀਆ ਐਂਡ ਅਦਰ ਕਮਿਊਨਿਟੀ ਦੇ ਕੈਂਡੀਡੇਟ ਨੇ, ਦਵਿੰਦਰ ਸਿੰਘ ਨੇ, ਜਿਹਦੇ ਬੇਸ ਤੇ ਜਿਹੜਾ ਹੈ 2004 ਦੀ ਜੱਜਮੈਂਟ EV ਚਨਈਆ ਵਾਲੀ ਜੱਜਮੈਂਟ ਦੇ ਬੇਸ ਤੇ ਉਹਦੇ ਤੇ ਭਰੋਸਾ ਕਰਦਿਆਂ ਹਾਈ ਕੋਰਟ ਨੇ ਇਸ ਸੈਕਸ਼ਨ ਨੂੰ ਗੈਰ ਸੰਵਿਧਾਨਕ ਕਰਾਰ ਦੇ ਕੇ ਇਹਨੂੰ ਸਟਰਕ ਡਾਊਨ ਕਰਤਾ ਸੀ। ਤਾਂ ਇਮੀਡੀਏਟਲੀ ਹਲਚਲ ਮੱਚੀ। ਤਾਂ ਫਿਰ ਪੰਜਾਬ ਸਰਕਾਰ ਆਪਣੇ ਐਕਟ ਨੂੰ ਬਚਾਉਣ ਦੇ ਲਈ ਤੇ ਮਜ਼੍ਹਬੀ ਸਿੱਖ ਐਂਡ ਵਾਲਮੀਕੀਆਂ ਦੇ ਹਿੱਤਾਂ ਨੂੰ ਬਚਾਉਣ ਦੇ ਲਈ ਉਹ ਫਿਰ ਸੁਪਰੀਮ ਕੋਰਟ ਪਹੁੰਚੀ। ਤਾਂ 2011 ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਚਲੇ ਗਏ, ਤਾਂ ਮਾਨਯੋਗ ਸੁਪਰੀਮ ਕੋਰਟ ਨੇ ਸਟੇ ਦਿੱਤਾ ਸੀ। ਤਾਂ ਉਸ ਤੋਂ ਬਾਅਦ ਜਿਹੜਾ ਹੈ 27 ਅਗਸਤ 2020 ਦੇ ਵਿੱਚ 5 ਮੈਂਬਰੀ ਯਾਨੀ ਕਿ ਕੰਸਟੀਟਿਊਸ਼ਨ ਬੈਂਚ ਆਫ ਸੁਪਰੀਮ ਕੋਰਟ 5 ਮੈਂਬਰਾਂ ਦਾ ਜਿਹੜਾ ਬੈਂਚ ਸੀਗਾ ਉਹਨਾਂ ਨੇ EV ਚਨਈਆ ਜੱਜਮੈਂਟ ਨੂੰ ਗਲਤ ਠਹਿਰਾਤਾ। ਹੁਣ ਅਸਲ ਦੇ ਵਿੱਚ EV ਚਨਈਆ ਜੱਜਮੈਂਟ ਹੈ ਕੀ ਸੀ? EV ਚਨਈਆ ਜੱਜਮੈਂਟ ਨੇ ਗਲਤ ਫੈਸਲਾ ਦਿੱਤਾ ਜਿਹੜਾ ਅੱਜ ਸੁਪਰੀਮ ਕੋਰਟ ਦੇ ਵਿੱਚ ਵੱਡੇ ਪੱਧਰ ਦੇ ਵਿੱਚ ਵਿਚਾਰਿਆ ਜਾ ਰਿਹਾ ਹੈ, ਵੱਡੇ ਲਾਰਜਰ ਬੈਂਚ ਵੱਲੋਂ, 7 ਮੈਂਬਰੀ ਬੈਂਚ ਵੱਲੋਂ। EV ਚਨਈਆ ਜੱਜਮੈਂਟ ਨੇ ਅਸਲ ਦੇ ਵਿੱਚ ਕਿਹਾ ਕੀ ਸੀ? EV ਚਨਈਆ ਜੱਜਮੈਂਟ ਨੇ ਜਿਹੜੀ ਸੀਗੀ EV ਚਨਈਆ ਵਰਸਸ ਸਟੇਟ ਆਫ ਆਂਧਰਾ ਪ੍ਰਦੇਸ਼, ਤਾਂ ਉਹਦੇ ਵਿੱਚ ਜਿਹੜਾ ਹੈ ਉਹ ਇਹ ਕਿਹਾ ਗਿਆ ਸੀਗਾ ਮਾਨਯੋਗ ਬੈਂਚ ਵੱਲੋਂ ਕਿ ਇਟ ਵਾਜ਼ ਹੈਲਡ ਦੈਟ ਓਨਲੀ ਪਾਰਲੀਮੈਂਟ ਐਂਡ not state legislature can exclude caste deemed to be SC from the presidential list। ਹੁਣ ਦੇਖੋ ਤੁਸੀਂ, ਇਹ ਲਾਈਨ ਹੀ ਕਿੱਡੀ ਵੱਡੀ ਗਲਤ ਹੈ। ਪਤਾ ਨਹੀਂ ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਕਿਧਰੇ ਨਾ ਕਿਧਰੇ ਤਾਂ ਹੀ ਜਿਹੜੀਆਂ ਹੈ ਉਹ ਮਾਨਯੋਗ ਸੁਪਰੀਮ ਕੋਰਟ ਦੀਆਂ ਜਿਹੜੀਆਂ ਜੱਜਮੈਂਟਸ ਆ ਉਹਨਾਂ ਨੂੰ ਵੀ ਰੀਵਿਜ਼ਿਟ ਕੀਤਾ ਜਾਂਦਾ ਹੈ। ਇਸੇ ਕਰਕੇ ਇੱਥੇ ਹੁਣ ਪੰਜਾਬ ਪਹਿਲੇ ਦਿਨ ਹੀ ਪੰਜਾਬ ਦੇ ਜਿਹੜਾ ਹੈ ਐਡਵੋਕੇਟ ਜਨਰਲ ਸਰਦਾਰ ਗੁਰਮਿੰਦਰ ਸਿੰਘ ਨੇ ਬੜੇ ਵੱਡੇ ਪੱਧਰ ਤੇ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਪ੍ਰੈਜ਼ੈਂਟ ਕੀਤਾ ਸੀ। ਉਹਨਾਂ ਨੇ ਸ਼ੁਰੂ ਹੀ ਇੱਥੋਂ ਕੀਤਾ ਕਿ ਇੱਕ ਤਾਂ ਉਹ ਹੈ ਜਿਹੜੇ ਐਂਟਾਈਟਲਡ ਹੈ, ਜਿਹੜੇ ਕਹਿੰਦੇ ਕਿ ਅਸੀਂ ਐਂਟਾਈਟਲਡ ਹੈ ਰੈਜ਼ਰਵੇਸ਼ਨ ਦੇ ਵਾਸਤੇ। ਇੱਕ ਉਹ ਆ ਜਿਹੜੇ ਨੀਡੀ ਹੈ, ਜਿਨ੍ਹਾਂ ਨੂੰ ਅਸਲ ਦੇ ਵਿੱਚ ਜ਼ਰੂਰਤ ਹੈ, ਇੱਕ ਐਂਟਾਈਟਲਡ ਐਂਡ ਇੱਕ ਨੀਡੀ। ਸੋ ਅਸਲ ਦੇ ਵਿੱਚ ਜਿਹੜਾ ਕਨਸਟੀਟਿਊਸ਼ਨ ਦਾ
ਮੇਨ ਜਿਹੜਾ ਫੋਕਸ ਹੈ, ਆਬਜੈਕਟਿਵ ਹੈ ਰਿਜ਼ਰਵੇਸ਼ਨ ਦਾ, ਉਹ ਨੀਡੀਐਸਟ ਨੂੰ ਰਿਜ਼ਰਵੇਸ਼ਨ ਹਰ ਹਾਲਤ ਮਿਲਣੀ ਚਾਹੀਦੀ ਹੈ, ਇਹਦੇ ਤੇ ਫੋਕਸ ਹੋਣਾ ਚਾਹੀਦਾ ਹੈ। ਹੁਣ ਈਵੀ ਚਨਈਆ ਜੱਜਮੈਂਟ ਨੇ ਇਹ ਕਹਤਾ ਕਿ ਓਨਲੀ ਪਾਰਲੀਮੈਂਟ ਬਟ ਨਾਟ ਸਟੇਟ ਲੈਜਿਸਲੇਚਰਸ ਕੈਨ ਐਕਸਕਲੂਡ ਕਾਸਟ। ਹੁਣ ਇੱਥੇ ਐਕਸਕਲੂਜਨ ਦਾ ਤਾਂ ਮੈਟਰ ਹੀ ਨਹੀਂ ਸੀ, ਐਕਸਕਲੂਡ ਥੋੜੀ ਕੀਤਾ ਗਿਆ, ਇਹ ਥੋੜੀ ਕਿਹਾ ਗਿਆ ਕਿ ਰਵਿਦਾਸੀਆਂ ਐਂਡ ਅਦਰਸ ਨੂੰ ਐਕਸਕਲੂਡ ਕੀਤਾ ਜਾਂਦਾ ਤੇ ਵਾਲਮੀਕੀ ਐਂਡ ਮਧਵੀ ਸਿੱਖ ਨੂੰ ਜਿਹੜਾ ਹੈ ਉਹ ਰਿਜ਼ਰਵੇਸ਼ਨ ਦਿੱਤੀ ਜਾ ਰਹੀ ਹੈ। ਸੋ ਕਿੱਡੀ ਵੱਡੀ ਬਲੰਡਰ ਮਿਸਟੇਕ ਸੀਗੀ, ਇਹ ਗਲਤੀ ਸੀਗੀ, ਇਹ ਐਰਰ ਸੀਗੀ ਜਿਹੜੀ ਕਮਿਟ ਕੀਤੀ ਗਈ ਆਨਰੇਬਲ ਬੈਂਚ ਵੱਲੋਂ ਈਵੀ ਚਨਈਆ ਕੇਸ ਦੇ ਵਿੱਚ, ਕਿਉਂਕਿ ਇੱਥੇ ਐਕਸਕਲੂਜਨ ਦਾ ਮੈਟਰ ਨਹੀਂ ਸੀਗਾ ਤੇ ਨਾ ਹੀ ਇੱਥੇ ਪ੍ਰੈਜ਼ੀਡੈਂਸ਼ੀਅਲ ਲਿਸਟ ਹੈ ਉਹਦੇ ਵਿੱਚੋਂ ਐਕਸਕਲੂਡ ਕੀਤਾ ਨਹੀਂ ਗਿਆ ਸੀਗਾ। ਸੋ ਇਸ ਕਰਕੇ ਇਹ ਕਿਸੇ ਵੀ ਤਰੀਕੇ ਨਾਲ ਉਹਨਾਂ ਨੇ ਕਿਹਾ ਸੀ ਕਿ ਇਟ ਵਿਲ ਟਿੰਕਰ ਦਾ ਆਰਟੀਕਲ 14 ਵਿਚ ਇਜ਼ ਇਕੁਐਲਿਟੀ ਟੂ ਰਾਈਟ ਟੂ ਇਕੁਐਲਿਟੀ ਵਿਚ ਇਨਸ਼ੋਰਸ ਰਾਈਟ ਟੂ ਇਕੁਐਲਿਟੀ। ਸੋ ਇਹ ਜਿਹੜਾ ਆਰਟੀਕਲ 14 ਹੈ ਇਹਨੂੰ ਟਿੰਕਰ ਕਰਨ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਆਰਟੀਕਲ 341 ਤੇ ਆਰਟੀਕਲ 342 ਦੇ ਰਿਗਾਰਡਿੰਗ ਬੜੀ ਵੱਡੇ ਪੱਧਰ ਤੇ ਬ੍ਰੌਡ ਬਹਿਸ ਚੱਲੀ ਇਸ ਕੇਸ ਦੇ ਵਿੱਚ, ਕਿਉਂਕਿ ਜੇ ਅਸੀਂ ਇਹ ਮੰਨ ਲਿਆ ਕਿ ਭਾਈ ਇਹਨੂੰ ਐਕਸਕਲੂਡ ਕਰ ਦਿੱਤਾ, ਐਕਸਕਲੂਡ ਤਾਂ ਕੀਤਾ ਹੀ ਨਹੀਂ, ਉਹ ਤਾਂ ਸਿਰਫ ਪ੍ਰੈਫਰੈਂਸ਼ੀਅਲ ਬੇਸਿਸ ਤੇ, ਅਦਰਵਾਈਜ਼ ਉਹ ਸਾਰਿਆਂ ਨੂੰ ਮਿਲ ਰਹੀ ਹੈ। ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ 25% ਦੇ ਵਿੱਚੋਂ ਆਲਰੇਡੀ 20 ਤੋਂ 21% ਜਿਹੜੀ ਹੈ ਉਹ ਰਿਜ਼ਰਵੇਸ਼ਨ ਪਹਿਲਾਂ ਹੀ ਰਵਿਦਾਸੀਆਂ ਐਂਡ ਅਦਰ ਕਮਿਊਨਿਟੀ ਨੂੰ ਜਾ ਰਹੀ ਹੈ। ਇਨਫੈਕਟ ਨਾਟ ਡੀਫੈਕਟੋ, ਇਨਫੈਕਟ ਜਾ ਰਹੀ ਹੈ। ਸੋ ਇਸ ਕਰਕੇ ਇਹ ਜਿਹੜਾ ਮੈਟਰ ਹੈ ਇਹ ਨਜਾਇਜ਼ ਹੀ ਵਿਵਾਦਾਂ ਦੇ ਵਿੱਚ ਜਿਹੜਾ ਹੈ ਉਹ ਦਵਿੰਦਰ ਸਿੰਘ ਵੱਲੋਂ ਲਿਆਂਦਾ ਗਿਆ। ਉਸ ਤੋਂ ਬਾਅਦ ਫਿਰ ਜਦੋਂ 27 ਅਗਸਤ 2020 ਨੂੰ 5 ਮੈਂਬਰੀ ਬੈਂਚ ਨੇ ਇਸ ਕੇਸ ਨੂੰ ਦੇਖਿਆ ਕਿ ਹਾਈ ਕੋਰਟ ਨੇ ਜਿਹੜਾ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਜਿਹੜਾ ਪੰਜਾਬ SC ਐਕਟ ਹੈਗਾ 2006 ਉਹਦੀ ਜਿਹੜੀ ਪ੍ਰੋਵੀਜ਼ਨ ਹੈ ਸੈਕਸ਼ਨ 4 ਸਬਸੈਕਸ਼ਨ 5 ਉਹਨੂੰ ਗੈਰ ਕਨਸਟੀਟਿਊਸ਼ਨ ਐਲਾਨਿਆ, ਉਹ ਗਲਤ ਐਲਾਨਿਆ ਕਿਉਂਕਿ ਉਹਨੇ ਈਵੀ ਚਨਈਆ ਜੱਜਮੈਂਟ ਤੇ ਨੂੰ ਆਧਾਰ ਬਣਾਇਆ ਤੇ ਈਵੀ ਚਨਈਆ ਜੱਜਮੈਂਟ ਇਟਸੈਲਫ ਗਲਤ ਹੈ। ਇਹ ਕਿਹਨੇ ਕਿਹਾ? ਮਾਨਯੋਗ ਬੈਂਚ ਨੇ, ਸੁਪਰੀਮ ਕੋਰਟ ਦੇ ਬੈਂਚ ਨੇ ਜਿਹਨੂੰ ਹੈੱਡ ਕੀਤਾ ਸੀ ਜਸਟਿਸ ਅਰੁਣ ਮਿਸ਼ਰਾ ਜੀ ਨੇ। ਉਹਨਾਂ ਨੇ ਈਵੀ ਚਨਈਆ ਜੱਜਮੈਂਟ ਦੇ ਨਾਲ ਅਸਹਿਮਤੀ ਪ੍ਰਗਟਾਈ ਤੇ ਫਿਰ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਫੈਸਲਾ ਹੈ ਸਬ ਕਲਾਸੀਫਿਕੇਸ਼ਨ ਵਿਦਿਨ ਦਾ ਸ਼ਡਿਊਲ ਕਾਸਟ ਇਟ ਮਸਟ ਬੀ ਡਿਸਾਈਡਡ ਔਰ ਪ੍ਰੋਨਾਊਂਸਡ ਬਾਈ ਅਥਾਰਟੀ ਬਾਈ ਅ ਲਾਰਜਰ ਬੈਂਚ। ਤੇ ਫਿਰ ਉਹਨਾਂ ਨੇ ਇਹਨੂੰ 7 ਮੈਂਬਰੀ ਬੈਂਚ ਜਾਂ 9 ਮੈਂਬਰੀ ਬੈਂਚ ਵੱਲ ਨੂੰ ਇਸ਼ਾਰਾ ਕਰ ਦਿੱਤਾ, ਜਿਹਦੇ ਕਰਕੇ ਹੁਣ 7 ਮੈਂਬਰੀ ਬੈਂਚ ਵੱਲੋਂ ਇਸ ਮੁੱਦੇ ਨੂੰ ਵਿਚਾਰਿਆ ਜਾ ਰਿਹਾ ਹੈ। 6, 7 ਤੇ 8 ਫਰਵਰੀ ਤੇ ਇਹਦੇ ਉੱਪਰ 3 ਦਿਨ ਗਹਿ ਗੱਚ ਜਿਹੜੀ ਬਹਿਸ ਚੱਲੀ। ਸੋ ਪਹਿਲੇ ਦਿਨ ਹੀ ਸ਼੍ਰੀ ਗੁਰਮਿੰਦਰ ਗੈਰੀ ਜੀ ਨੇ, ਸਰਦਾਰ ਗੁਰਮਿੰਦਰ ਸਿੰਘ ਨੇ ਜਿਹੜੇ ਆਪਣੇ ਐਡਵੋਕੇਟ ਜਨਰਲ ਹੈ ਪੰਜਾਬ ਦੇ, ਉਹਨਾਂ ਨੇ ਇਹਨੂੰ ਸਹੀ ਠਹਿਰਾਇਆ ਕਿ ਇਹ ਸਟੇਟ ਦਾ ਪ੍ਰੈਰੋਗੇਟਿਵ ਹੈ, ਇਹ ਕਨਸਟੀਟਿਊਸ਼ਨ ਦੇ ਅਕੋਰਡਿੰਗਲੀ ਸਟੇਟ ਦਾ ਪ੍ਰੈਰੋਗੇਟਿਵ ਹੈ। ਸਟੇਟਸ ਕੈਨ ਪ੍ਰੋਵਾਈਡ ਦਾ ਕੋਟਾ ਵਿਦਿਨ ਕੋਟਾ। ਅਸਲ ਦੇ ਵਿੱਚ ਹੁੰਦਾ ਕੀ ਹੈ ਕਿ ਜਿਹੜੇ ਵੀਕੈਸਟ ਆਫ ਦਾ ਵੀਕੈਸਟ ਹੈ ਉਹ ਰਿਜ਼ਰਵੇਸ਼ਨ ਦੇ ਬੈਨੀਫਿਟ ਤੋਂ ਰਹਿ ਜਾਂਦੇ ਹੈ ਤੇ ਜਿਹੜੇ ਆਲਰੇਡੀ ਐਡਵਾਂਟੇਜਸ ਹੈ ਇਹਦੇ ਤੋਂ ਉਹ ਜ਼ਿਆਦਾ ਐਡਵਾਂਟੇਜਸ ਹੁੰਦੇ ਜਾਂਦੇ ਆ ਤੇ ਫਿਰ ਇਹਦੇ ਨਾਲ ਤਾਂ ਜਿਹੜਾ ਹੈ ਉਹ ਇਕੁਐਲਿਟੀ ਕਦੀ ਬਣ ਹੀ ਨਹੀਂ ਸਕਦੀ, ਜਿਹਦੇ ਕਰਕੇ ਜਿਹੜਾ ਰਿਜ਼ਰਵੇਸ਼ਨ ਦਾ ਜਿਹੜਾ ਕਨਸੈਪਟ ਹੈ ਉਹ ਸਹੀ ਤਰੀਕੇ ਦੇ ਨਾਲ ਲਾਗੂ ਨਹੀਂ ਕੀਤਾ ਜਾ ਸਕਦਾ। ਇਹਦੇ ਵਿੱਚ ਬੜਾ ਖਾਸ ਤੌਰ ਤੇ ਜਿਹੜਾ ਹੈਗਾ ਸ਼ਰਦ ਫਰਸਾਤ ਜੀ ਨੇ ਵੀ ਬਹੁਤ ਵਧੀਆ ਤਰੀਕੇ ਨਾਲ ਕਿਹਾ, ਗੁਰਮਿੰਦਰ ਸਿੰਘ ਜੀ ਨੇ ਵੀ ਜਿਹੜੇ ਆਪਣੇ ਐਡਵੋਕੇਟ ਜਨਰਲ ਨੇ ਪੰਜਾਬ ਦੇ, ਬਹੁਤ ਅੱਛੇ ਤਰੀਕੇ ਨਾਲ ਪੱਖ ਰੱਖਿਆ। ਸਭ ਤੋਂ ਵੱਡੀ ਗੱਲ ਸੀ ਜਿਹੜੀ ਅਟਾਰਨੀ ਜਨਰਲ ਆਫ ਇੰਡੀਆ, ਕਿਉਂਕਿ ਇਹ 5 ਸਟੇਟਾਂ ਦਾ ਇਹੀ ਮੈਟਰ ਹੈ, ਸਬ ਕਲਾਸੀਫਿਕੇਸ਼ਨ ਵਿਦਿਨ ਦਾ ਸ਼ਡਿਊਲ ਕਾਸਟ, ਇਹਦੇ ਤੇ ਵਿਚਾਰਿਆ ਜਾਣਾ ਸੀਗਾ। ਸੋ ਇਹਦੇ ਤੇ ਮੇਨ ਪੁਆਇੰਟ ਕਿਹੜੇ ਸੀ ਜਿਹੜੇ ਵਿਚਾਰੇ ਜਾਣੇ ਸੀ? ਸਭ ਤੋਂ ਪਹਿਲਾਂ ਤਾਂ ਇਹ ਕਿ ਕੀ ਰਾਜ ਸਰਕਾਰਾਂ, ਸੂਬਾ ਸਰਕਾਰਾਂ ਨੂੰ ਇਹ ਸ਼ਕਤੀ ਸੰਵਿਧਾਨ ਦੁਆਰਾ ਮਿਲੀ ਹੋਈ ਹੈ ਕਿ ਉਹ ਸ਼ਡਿਊਲ ਕਾਸਟ ਜਾਂ ਸ਼ਡਿਊਲ ਟਰਾਈਬਸ ਦੇ ਵਿੱਚ ਅੱਗੇ ਫਰਦਰ ਸਬ ਕਲਾਸੀਫਿਕੇਸ਼ਨ ਕਰਕੇ ਉਹਨਾਂ ਨੂੰ ਰਿਜ਼ਰਵੇਸ਼ਨ ਪ੍ਰੋਵਾਈਡ ਕਰ ਸਕਦੀ ਹੈ ਜੌਬਸ ਲੈਣ ਵਾਸਤੇ ਜਾਂ ਫਿਰ ਐਜੂਕੇਸ਼ਨ ਇੰਸਟੀਟਿਊਸ਼ਨ ਦੇ ਵਿੱਚ ਐਡਮਿਸ਼ਨਾਂ ਲੈਣ ਵਾਸਤੇ। ਇਹ ਸੀ ਪਹਿਲਾ ਪੁਆਇੰਟ, ਕਿ ਸੂਬਾ ਸਰਕਾਰਾਂ ਕੋਲੇ ਪਾਵਰ ਹੈਗੀ ਹੈ ਕਿ ਉਹ ਸ਼ਡਿਊਲ ਕਾਸਟਾਂ ਦੇ ਵਿੱਚ ਅੱਗੇ ਫਰਦਰ ਜਿਹੜੀ ਹੈ ਉਹ ਸਬ ਕਲਾਸੀਫਿਕੇਸ਼ਨ ਕਰ ਸਕਦੀ ਹੈ ਕਿ ਕਿਹਨੂੰ ਪ੍ਰੈਫਰੈਂਸ ਦਿੱਤੀ ਜਾਣੀ ਚਾਹੀਦੀ ਜਾਂ ਕਿਹਨੂੰ ਨਹੀਂ। ਫਿਰ ਅਗਲਾ ਪੁਆਇੰਟ ਸੀਗਾ
ਕਿ ਕੀ ਪੰਜਾਬ ਸ਼ਡਿਊਲ ਕਾਸਟ ਐਂਡ ਬੈਕਵਰਡ ਕਲਾਸ ਐਕਟ ਜਿਹੜਾ 2006 ਹੈ, ਕੀ ਉਹਦੀ ਜਿਹੜੀ ਸੈਕਸ਼ਨ ਹੈਗਾ 4 ਸਬਸੈਕਸ਼ਨ 5 ਕੀ ਉਹ ਵੈਲਿਡ ਹੈ। ਫਿਰ ਅਗਲਾ ਪੁਆਇੰਟ ਸੀਗਾ ਰਿਵੀਜ਼ਨ ਆਫ ਈਵੀ ਚਨਈਆ ਜਜਮੈਂਟ, ਕਿ ਕੀ ਵਾਕਈ ਇਕੱਲੀ ਪਾਰਲੀਮੈਂਟ ਕੋਲ ਹੀ ਪਾਵਰ ਹੈ ਤੇ ਸਟੇਟ ਲੈਜਿਸਲੇਚਰ ਕੋਲੇ ਕੋਈ ਪਾਵਰ ਨਹੀਂ ਹੈਗੀ, ਕੀ ਈਵੀ ਚਨਈਆ ਜਜਮੈਂਟ ਸਹੀ ਹੈ। ਸੋ ਇਸ ਵਿਸ਼ੇ ਤੇ ਤਿੰਨ ਪੁਆਇੰਟ ਜਿਹੜੇ ਮੇਨ ਵੱਡੇ ਪੱਧਰ ਤੇ ਵਿਚਾਰੇ ਜਾਣੇ ਸੀ। ਤਾਂ ਫਿਰ ਇਹਦੇ ਵਿੱਚ ਜਿਹੜੀ ਮੇਨ ਗੱਲ ਨਿਕਲ ਕੇ ਹਰ ਇੱਕ ਐਡਵੋਕੇਟ ਜਨਰਲ ਦੇ ਰਾਹੀਂ, ਅਟਾਰਨੀ ਜਨਰਲ ਦੇ ਰਾਹੀਂ, ਐਡੀਸ਼ਨਲ ਐਡਵੋਕੇਟ ਜਨਰਲ ਦੇ ਰਾਹੀਂ ਤੇ ਜਿਹੜੇ ਪ੍ਰਾਈਵੇਟ ਹਾਇਰ ਕੀਤੇ ਗਏ ਐਡਵੋਕੇਟ ਸੀ, ਤਕਰੀਬਨ ਇਸ ਮੁੱਦੇ ਤੇ ਇਹ ਕਲੀਅਰ ਕੱਟ ਸਾਹਮਣੇ ਆਇਆ ਕਿ ਇਹ ਸਟੇਟ ਦਾ ਪ੍ਰੈਰੋਗੇਟਿਵ ਹੈ, ਕਾਨਸਟੀਟਿਊਸ਼ਨ ਸਟੇਟ ਨੂੰ ਪਾਵਰ ਦਿੰਦਾ ਹੈ ਕਿ ਉਹ ਸ਼ਡਿਊਲ ਕਾਸਟ ਦੇ ਵਿੱਚ ਅੱਗੇ ਫਰਦਰ ਸਬ ਕਲਾਸੀਫਿਕੇਸ਼ਨ ਕਰ ਸਕਦਾ ਹੈ। ਇਸ ਕਰਕੇ ਖਾਸ ਕਰਕੇ ਅਸੀਂ ਐਡਵੋਕੇਟ ਜਨਰਲ ਜਿਹੜੇ ਹੈਗੇ ਅਟਾਰਨੀ ਜਨਰਲ ਆਫ ਇੰਡੀਆ ਸ਼੍ਰੀ ਵੇਨੂ ਗੋਪਾਲ ਜੀ, ਜਿਹੜੀ ਕਿ ਇਸ ਵੇਲੇ ਸਭ ਤੋਂ ਇੰਡੀਆ ਦੀ ਵੱਡੀ ਅਥਾਰਟੀ ਹੈ, ਉਹਨਾਂ ਨੇ ਆਪਣਾ ਪੱਖ ਰੱਖਿਆ। ਉਹਨਾਂ ਨੇ ਇਹ ਪੱਖ ਰੱਖਿਆ, ਸ਼੍ਰੀ ਵੇਨੂ ਗੋਪਾਲ ਜੀ ਨੇ ਕਿਹਾ ਕਿ ਇਫ ਸਬ ਕਲਾਸੀਫਿਕੇਸ਼ਨ is not provided to the weakest, then weakest of the weakest will fall on the ground। ਇਹ ਮਾਨਯੋਗ ਸ਼੍ਰੀ ਵੇਨੂ ਗੋਪਾਲ ਜੀ ਅਟਾਰਨੀ ਜਨਰਲ ਆਫ ਇੰਡੀਆ ਦਾ ਇਹ ਵਿਊ ਸੀਗਾ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ 7 ਮੈਂਬਰੀ ਬੈਂਚ ਦੇ ਸਾਹਮਣੇ। ਉਹਨਾਂ ਨੇ ਇਹ ਵੀ ਕਿਹਾ ਕਿ ਈਵੀ ਚਨਈਆ ਜੱਜਮੈਂਟ ਨੂੰ ਧਿਆਨ ਵਿੱਚ ਰੱਖ ਕੇ ਇਹਨੂੰ ਐਲੈਬੋਰੇਟਲੀ ਜਿਹੜਾ ਹੈ ਇਹਦੇ ਕਨਸੀਕੁਐਂਸਿਸ ਕੀ ਹੋ ਸਕਦੇ, ਉਹਦੇ ਉੱਪਰ ਜਿਹੜਾ ਹੈ ਇੱਕ ਕਮਿਸ਼ਨ ਬਿਠਾਇਆ ਗਿਆ ਭਾਰਤ ਸਰਕਾਰ ਵੱਲੋਂ, ਨੈਸ਼ਨਲ ਕਮਿਸ਼ਨ ਬਿਠਾਇਆ ਗਿਆ, ਜਿਹਨੂੰ ਹੈੱਡ ਕੀਤਾ ਸੀ ਜਸਟਿਸ ਮਿਸ਼ਰਾ ਮਹਿਰਾ ਨੇ। ਉਹਨਾਂ ਨੇ ਕਿਹਾ ਕਿ ਮਿਸ਼ਰਾ ਮਹਿਰਾ ਨੇ ਵੀ ਇਹੀ ਰਿਪੋਰਟ ਦਿੱਤੀ ਕਿ ਜਿਹੜਾ ਹੈ ਉਹ ਸਬ ਕਲਾਸੀਫਿਕੇਸ਼ਨ ਵਿਦਿਨ ਸਬ ਕਲਾਸੀਫਿਕੇਸ਼ਨ ਸਟੇਟਸ ਦੁਆਰਾ ਦਿੱਤੀ ਜਾ ਸਕਦੀ ਹੈ, ਰੈਦਰ ਇਹ ਸੂਬਾ ਸਰਕਾਰਾਂ ਦਾ ਹੀ ਅਧਿਕਾਰ ਹੈ। ਤੇ ਇਸੇ ਕਰਕੇ ਜਿਹੜਾ ਇਹ ਪੰਜਾਬ ਦਾ ਜਿਹੜਾ ਸਟੈਚਿਊਟ ਹੈ ਜਿਹੜਾ ਇਹਨਾਂ ਨੇ ਬਣਾਇਆ ਸੀ, ਪੰਜਾਬ SC ਐਂਡ BC ਐਕਟ 2006, ਇਹ ਸਟੈਚਿਊਟ ਹੈ ਜਿਹੜਾ ਉਹ ਬਿਲਕੁਲ ਸਹੀ ਹੈ, ਇਹ ਵੈਲਿਡ ਹੈ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਬਹਿਸ ਹੈ ਉਹ ਕੰਟੀਨਿਊਸ 3 ਦਿਨ ਲਗਾਤਾਰ ਚੱਲੀ। ਹੁਣ ਇਸ ਮਾਮਲੇ ਦੇ ਉੱਪਰ ਫਾਈਨਲ ਜੱਜਮੈਂਟ ਜਿਹੜੀ ਉਹ ਆਉਣੀ ਬਣਦੀ ਹੈ। ਪਰ ਇੱਕ ਗੱਲ ਤਾਂ ਕਲੀਅਰ ਹੈ ਕਿ ਈਵੀ ਚਨਈਆ ਜੱਜਮੈਂਟ ਦੇ ਨਾਲ ਅਸਹਿਮਤੀ ਪਹਿਲਾਂ ਤਾਂ 5 ਮੈਂਬਰੀ ਬੈਂਚ ਨੇ ਪ੍ਰਗਟਾਈ ਤੇ ਫਿਰ 5 ਮੈਂਬਰੀ ਬੈਂਚ ਨੇ ਇਹ ਕਿਹਾ ਕਿ ਈਵੀ ਚਨਈਆ ਜੱਜਮੈਂਟ ਗਲਤ ਹੈ, ਇਹਨੂੰ ਰੀਵਿਜ਼ਿਟ ਕੀਤਾ ਜਾਣਾ ਚਾਹੀਦਾ ਹੈ ਤੇ ਇਹਦੀ ਅਥਾਰਟੇਟਿਵ ਪ੍ਰੋਨਾਂਸਮੈਂਟ ਦੇ ਲਈ ਜਿਹੜਾ ਹੈ ਉਹ ਲਾਰਜਰ ਬੈਂਚ ਡਿਸਾਈਡ ਕਰੇ। ਤੇ ਫਿਰ ਹੁਣ 7 ਮੈਂਬਰੀ ਬੈਂਚ ਹੈ ਜਿਹੜਾ ਇਹ ਸਬ ਕਲਾਸੀਫਿਕੇਸ਼ਨ ਵਿਦ ਇਨ ਦਾ ਸ਼ਡਿਊਲ ਕਾਸਟ ਟੂ ਪ੍ਰੋਵਾਈਡ ਦਾ ਰਿਜ਼ਰਵੇਸ਼ਨ ਔਨ ਦਾ ਪ੍ਰੈਫਰੈਂਸ਼ੀਅਲ ਬੇਸਿਸ ਇਜ਼ ਨਾਓ dealt by larger bench consisting of the 7 judges bench headed by Honorable Chief Justice of India ਸ਼੍ਰੀ ਚੰਦਰਚੂੜ ਜੀ। ਸੋ ਇਸ ਕਰਕੇ ਇਸ ਕੇਸ ਦਾ ਫੈਸਲਾ ਹੁਣ ਰਿਜ਼ਰਵ ਰੱਖ ਲਿਆ ਗਿਆ। 3 ਦਿਨ ਗਹਿ ਗੱਚ ਬਹਿਸ ਹੋ ਚੁੱਕੀ ਹੈ। ਜ਼ਿਆਦਾਤਰ ਜਿਹੜਾ ਇਹਦਾ ਬ੍ਰੌਡ, ਜੇ ਅਸੀਂ ਬ੍ਰੌਡਲੀ ਦੇਖੀਏ ਤਾਂ ਇਹੀ ਨਿਕਲ ਕੇ ਸਾਹਮਣੇ ਆ ਰਿਹਾ ਸੀ ਬਹਿਸ ਦੇ ਵਿੱਚੋਂ ਕਿ ਸਬ ਕਲਾਸੀਫਿਕੇਸ਼ਨ ਵਿਦ ਇਨ ਦਾ ਸ਼ਡਿਊਲ ਕਾਸਟ ਟੂ ਗਿਵ ਦਾ ਰਿਜ਼ਰਵੇਸ਼ਨ ਟੂ ਦਾ ਵੀਕੈਸਟ ਆਫ ਦਾ ਵੀਕੈਸਟ ਔਨ ਦਾ ਪ੍ਰੈਫਰੈਂਸ਼ੀਅਲ ਬੇਸਿਸ ਇਜ਼ ਦਾ ਪ੍ਰੈਰੋਗੇਟਿਵ ਆਫ ਦਾ ਸਟੇਟਸ। ਸੋ ਕਾਨਸਟੀਟਿਊਸ਼ਨ ਉਹਨਾਂ ਨੂੰ ਇਹ ਪਾਵਰ ਦਿੰਦਾ ਹੈ। ਹੁਣ ਅੱਗੇ ਫੈਸਲਾ ਕੀ ਆਵੇਗਾ ਉਹ ਆਨਰੇਬਲ ਕੋਰਟ ਦਾ ਫੈਸਲਾ ਹੋਏਗਾ। ਆਨਰੇਬਲ ਏਪੈਕਸ ਕੋਰਟ ਕੀ ਫੈਸਲਾ ਦਿੰਦੀ ਹੈ ਉਹ ਆਉਣ ਵਾਲਾ ਵਕਤ ਹੀ ਦੱਸੇਗਾ। ਪਰੰਤੂ ਬਹਿਸ ਦੇ ਵਿੱਚੋਂ ਇਹ ਸੰਕੇਤ ਮਿਲਦੇ ਹੈ ਕਿ ਇਹ ਸਟੇਟ ਦਾ ਪ੍ਰੈਰੋਗੇਟਿਵ ਹੈ ਤੇ ਵੀਕੈਸਟ ਆਫ ਵੀਕੈਸਟ ਨੂੰ ਜਿਹੜੀ ਹੈ ਉਹ ਰਿਜ਼ਰਵੇਸ਼ਨ ਪ੍ਰੈਫਰੈਂਸ਼ੀਅਲ ਬੇਸਿਸ ਤੇ ਉਹ ਦਿੱਤੀ ਜਾ ਸਕਦੀ ਹੈ। ਇਹਦੇ ਵਿੱਚ 3 ਹੋਰ ਚੀਜ਼ਾਂ ਬੜੀਆਂ ਵੱਡੇ ਪੱਧਰ ਤੇ ਡਿਸਕਸ ਹੋਈਆਂ। ਵਾਰ-ਵਾਰ ਇਹਦੇ ਤੇ ਸਟ੍ਰੈਸ ਦਿੱਤਾ ਗਿਆ ਲਾਰਜਰ ਬੈਂਚ ਵੱਲੋਂ ਵੀ, ਈਵਨ ਚੀਫ ਜਸਟਿਸ ਆਫ ਇੰਡੀਆ ਵੱਲੋਂ ਵੀ, ਅਟਾਰਨੀ ਜਨਰਲ ਜੀ ਵੱਲੋਂ ਵੀ ਤੇ ਐਡਵੋਕੇਟ ਜਨਰਲਸ ਵੱਲੋਂ ਵੀ ਐਂਡ ਈਵਨ ਪ੍ਰਾਈਵੇਟ ਕੀਤੇ ਗਏ ਐਡਵੋਕੇਟਸ ਵੱਲੋਂ ਵੀ, ਕਪਲ ਸਿੱਬਲ ਜੀ ਵਗੈਰਾ ਵੱਲੋਂ ਵੀ ਇਹ ਵਾਰ-ਵਾਰ ਕਿਹਾ ਗਿਆ ਕਿ ਜਿਹੜਾ 3 ਫੈਕਟਰਸ ਨੂੰ ਧਿਆਨ 'ਚ ਰੱਖਣਾ ਹੁੰਦਾ ਹੈ, ਜਿਹੜੇ ਵੀਕੈਸਟ ਆਫ ਦਾ ਵੀਕੈਸਟ ਹੈ ਉਹਨਾਂ ਨੂੰ ਰਿਜ਼ਰਵੇਸ਼ਨ ਪ੍ਰਦਾਨ ਕਰਨ ਲਈ। ਹਾਂ, ਸਟੇਟਸ ਕੈਨ ਪ੍ਰੋਵਾਈਡ ਦਾ ਰਿਜ਼ਰਵੇਸ਼ਨ ਵਿਦ ਇਨ ਰਿਜ਼ਰਵੇਸ਼ਨ ਟੂ ਦਾ ਵੀਕੈਸਟ ਆਫ ਦਾ ਵੀਕੈਸਟ ਬਾਈ ਕੀਪਿੰਗ ਇਨਟੂ 3 ਪ੍ਰਿੰਸੀਪਲਸ। ਉਹ 3 ਪ੍ਰਿੰਸੀਪਲਸ ਕਿਹੜੇ ਸੀਗੇ? ਇਨਐਡਿਕੁਏਸੀ,
ਇਨਐਡਿਕੁਏਟ ਰੈਪਰੈਜ਼ੈਂਟੇਸ਼ਨ, ਐਫੀਸ਼ੀਐਂਸੀ ਆਫ ਦ ਸਰਵਿਸਿਜ਼ ਐਂਡ ਮੋਰ ਬੈਕਵਰਡਨੈਸ। ਇਹ ਤਿੰਨ ਪ੍ਰਿੰਸੀਪਲ ਬੜੇ ਜ਼ਬਰਦਸਤ ਤਰੀਕੇ ਨਾਲ ਵੱਡੇ ਪੱਧਰ ਤੇ ਵਿਚਾਰੇ ਗਏ ਇਸ ਬਹਿਸ ਦੇ ਦੌਰਾਨ, ਤੇ ਇਹ ਤਿੰਨੋਂ ਹੀ ਪ੍ਰਿੰਸੀਪਲ ਦੇ ਅਕੋਰਡਿੰਗਲੀ ਜਿਹੜਾ ਹੈਗਾ ਉਹ ਵਾਲਮੀਕ ਐਂਡ ਮਜ਼੍ਹਬੀ ਸਿੱਖਾਂ ਨੂੰ ਪੰਜਾਬ ਦੇ ਵਿੱਚ ਜਿਹੜੀ 12.5% ਰੈਜ਼ਰਵੇਸ਼ਨ ਪ੍ਰੈਫਰੈਂਸ਼ੀਅਲ ਬੇਸਿਸ ਤੇ ਦਿੱਤੀ ਗਈ ਹੈ ਉਹ ਵਾਜਬ ਨਜ਼ਰ ਆਉਂਦੀ ਹੈ, ਉਹ ਠੀਕ ਜਾਪਦੀ ਹੈ, ਕਨਸਟੀਟਿਊਸ਼ਨਲੀ ਸੰਵਿਧਾਨਿਕ ਤੌਰ ਤੇ ਬਿਲਕੁਲ ਸਹੀ ਜਾਪਦੀ ਹੈ। ਤੇ ਇਸੇ ਕਰਕੇ ਹੀ ਪੰਜਾਬ ਸਰਕਾਰ ਦਾ ਜਿਹੜਾ ਮੇਨ ਪੱਖ ਸੀਗਾ, ਉਹਨਾਂ ਨੇ ਕਿਹਾ ਸੀ ਕਿ ਈਵੀ ਚਨਈਆ ਜੱਜਮੈਂਟ ਸਾਡੇ ਜਿਹੜਾ ਸਟੈਚਿਊਟ ਹੈ ਪੰਜਾਬ ਦਾ ਸ਼ਡਿਊਲ ਕਾਸਟ ਐਂਡ ਬੈਕਵਰਡ ਕਲਾਸਿਸ ਐਕਟ 2006 ਹੈ ਉਹਦੇ ਤੇ ਐਪਲੀਕੇਬਲ ਹੁੰਦੀ ਹੀ ਨਹੀਂ। ਇਸ ਕਰਕੇ ਇਹ ਮੇਨ ਬਹਿਸ ਸੀ, ਵੱਡੇ ਪੱਧਰ ਤੇ ਬਹਿਸ ਚੱਲੀ। 5 ਸਟੇਟਾਂ ਦਾ ਮੁੱਦਾ ਸੀ, 5 ਸਟੇਟਾਂ ਦੇ ਵਿੱਚ ਸਬ ਕਲਾਸੀਫਿਕੇਸ਼ਨ ਵਿਦਨ ਸ਼ਡਿਊਲ ਕਾਸਟ ਦੇ ਨੂੰ ਆਧਾਰ ਬਣਾ ਕੇ ਜਿਹੜੀ ਰੈਜ਼ਰਵੇਸ਼ਨ ਵੀਕੈਸਟ ਟੂ ਦਾ ਵੀਕੈਸਟ ਦਿੱਤੀ ਗਈ ਹੈ। ਇਸ ਕਰਕੇ ਹੁਣ ਫੈਸਲਾ ਆਉਣਾ ਬਾਕੀ ਹੈ, ਉਹ ਦੇਖਦੇ ਹਾਂ ਕੀ ਆਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।